ਚਾਹੇ ਫੀਲਡ ਪੰਜਾਬੀ ਦਾ ਹੋਵੇ, ਚਾਹੇ ਬਾਲੀਵੁੱਡ ਦਾ ਹੋਵੇ, ਵਾਰੀ-ਵਾਰੀ ਖਬਰਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਰਹਿੰਦੀਆਂ ਨੇ ਕਿ ਕੁੜੀਆਂ ਦੇ ਨਾਲ ਇਸ ਤਰ੍ਹਾਂ ਬੁਰਾ ਹੋ ਗਿਆ, ਕੁੜੀਆਂ ਕਹਿੰਦੀਆਂ ਸਾਡੇ ਨਾਲ ਕਾਸਟਿੰਗ ਕਾਊਚ ਵਰਗੀ ਖਬਰਾਂ ਆਉਂਦੀਆਂ ਨੇ। ਅਮਰੀਕਾ ਦੇ ਵਿੱਚ ਰਹਿੰਦੇ ਹੋ, ਇਹ ਸਾਰੀ ਚੀਜ਼ਾਂ ਦਾ ਉੱਥੇ ਵੀ ਕਿਤੇ ਨਾ ਕਿਤੇ ਨਾਤਾ ਹੈ ਜਾਂ ਇਹ ਸਿਰਫ ਜੇ ਕਹੀਏ ਕਿ ਇੰਡੀਆ ਤੱਕ ਹੀ ਸੀਮਤ ਹੈ? ਇੱਥੇ ਵੀ ਬਹੁਤ ਕੇਸਿਸ ਹੁੰਦੇ हैं पर मेरे सामने ना करके दिखाया मैं कड़ा पहनया मेरे साथ कोई पंगा ना ले मैं पंजाबी कुड़ी हाँ वॉरियर हाँ मैं मेरे नाल कोई भी पंगा नहीं ले सकता। ਬੇਸ਼ੱਕ ਕਿਹਾ ਜਾਵੇ ਕੰਟਰੀ ਕੋਈ ਵੀ ਹੈਗੀ ਆ, ਲੜਕੀਆਂ ਨੂੰ ਲੈ ਕੇ ਸੋਚ ਕਿਤੇ ਨਾ ਕਿਤੇ ਹੈਗਾ ਵੀ ਜਿੱਥੇ ਲੋਕ ਸੋਚਦੇ ਨੇ ਵੀ ਜੇ ਅਸੀਂ ਯੂਜ਼ ਕਰੀਏ, ਜੇ ਰੋਲ ਦੇਣਾ ਵੀ ਹੈ ਤਾਂ ਯੂਜ਼ ਕਰਕੇ ਕਿਸੇ ਨੂੰ ਰੋਲ ਦਈਏ। ਇਹ ਬਿਲਕੁਲ ਵਧੀਆ ਚੀਜ਼ ਨਹੀਂ ਆ और मैंने चंगा नहीं लगता, लेकिन आई थिंक ये इंडस्ट्री का पार्ट अब हिस्सा बन गया है। लोग अब मी टू मूवमेंट हो गया है लेकिन फिर भी ये चीज़ां होंदियां लेकिन छुप के होंदियां और मैं देखा कि कुड़ियां भी वॉलंटरली कर दिया या मुंडे एडवांटेज लेने की कोशिश कर दिया। कुछ कुड़ियां को नहीं पता की हो रहा है फिर उन्हां नाल मसला हो जाता, फिर बाद च उन्हें एहसास होता है। वो एक तरीके की कुड़ी है। ਸੁਸ਼ਾਂਤ ਰਾਜਪੂਤ ਦੀ ਜਦੋਂ ਜੇ ਕਹੀਏ ਕਿ ਖਬਰਾਂ ਜਿਸ ਤਰ੍ਹਾਂ ਦੀ ਉਹਨਾਂ ਦੀ ਮੌਤ ਦੀ ਆਈਆਂ, ਤੁਸੀਂ ਵੀ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਉਸ ਤਰ੍ਹਾਂ ਦੇ ਰਹੇ। ਸੁਸ਼ਾਂਤ ਦੇ ਨਾਲ ਕਿੰਨੀ ਕੁ ਜ਼ਿਆਦਾ ਕਰੀਬਤਾ ਸੀ ਤੁਹਾਡੀ ਤੇ ਮੇਲ ਕਿਸ ਤਰ੍ਹਾਂ ਦੇ ਨਾਲ ਹੋਇਆ ਸੀ? ਹਾਂਜੀ, ਮੇਰੀ ਮਮ ਨੇ ਸਾਨੂੰ ਮਿਲਾਇਆ ਸੀਗਾ। ਉਹ ਮੇਰੀ ਮਮ ਦੇ ਬੈਸਟ ਫਰੈਂਡ ਦਾ ਸਨ ਦਾ ਫਰੈਂਡ ਸੀਗਾ ਤੇ ਵਿਨੀਤਾ ਆਂਟੀ ਕਹਿ ਲਓ ਉਹਦੇ ਬੇਟੇ ਵਰੁਣ ਦਾ ਫਰੈਂਡ ਸੀਗਾ ਸੁਸ਼ਾਂਤ ਤੇ ਮਮ ਨੇ ਸਾਨੂੰ ਮਿਲਾਇਆ ਸੀਗਾ ਜਦੋਂ ਉਹ ਨਿਊਯਾਰਕ ਆ ਰਹੀ ਸੀ ਆਈਫਾ ਵਾਸਤੇ ਤੇ ਉਹਨੇ ਕਿਹਾ ਕਿ ਤੁਸੀਂ ਮੇਰੀ ਕੁੜੀ ਦੀ ਮਦਦ ਕਰ ਦਿਓ, ਉਹ ਤੁਹਾਡੀ ਮਦਦ ਕਰ ਦੇਗੀ, ਤੁਹਾਨੂੰ ਅਮਰੀਕਾ ਦਿਖਾ ਦੇਗੀ ਤੇ ਫਿਰ ਸਾਡਾ ਬਹੁਤ ਵਧੀਆ ਆਰਟਿਸਟਿਕ ਕਨੈਕਸ਼ਨ ਹੋਇਆ ਸੀ। ਹੁੰਦਾ ਨਹੀਂ ਨਾ ਕਦੋਂ ਤੁਸੀਂ ਕਿਸੇ ਵੀ ਬੰਦੇ ਨੂੰ ਮਿਲੋ ਔਰ ਬਹੁਤ ਵਧੀਆ ਗੱਲਾਂ ਹੁੰਦੀਆਂ ਆਰਟ ਦੀ, ਐਸਟ੍ਰੋਲੋਜੀ ਦੀ, ਜਿਹੜੀ ਵੀ बुक्स मैं पढ़िया वही सेम बुक्स और होर ज़्यादा बुक्स उन्हें पढ़िया तो इन्नी वधिया गल्लां हुई कि इंसान फॉरगेट कर लेंदा है कि आपां इंसान आ साडा सोल दी गल्लां हो रही सी। एंड मेरे ऐसे बहुत फ्रेंड्स रह चुके लाइफ च जे आपां दिल दी गल्लां करदे सोल रूह दी गल्लां। मैनूं लगदा मेरी फैमिली ने ना मैनूं एक कॉमेडी स्कूल बनाया सीगा। मेरे घर जाओ तुसी तो एक कॉमेडी ट्रेनिंग स्कूल होंदा है सब दा ते तां करके मैं फिर इत्थे कॉमेडी कर रही हां। जदों सीन च बोल्ड सीन हो तो कोई प्रॉब्लम नहीं होंदी बिकॉज़ वो कैरेक्टर होंदा है ते जदों आपां एक्टिंग करदे मैं निशा नहीं हां रियल लाइफ च मैं अनीशा शेर लेकिन कैमरा च मैं बुली हो रही हां ते मैं फिर अनीशा नहीं बन सकती ते बुली हा च भी मैनूं 21 सीन मिलिया सी। वो बंदा 17 साल सीगा मैं 21 सीगी यू नो सो ऐसा होंदा रहंदा जदों बोल्ड सीन दा एक ना रीजन होंदा है, एक कारण होंदा है ते फिर वधिया होंदा है। जदों फालतू च बोल्ड सीन डाल दिया तो फिर मैं पूछांगी राइटर नूं कि तुसीं क्यों डालिया यू नो मैं क्वेश्चन करांगी। एंड जदों मैं एयरपोर्ट च सीगी मैं रो रही सी तो सिक्योरिटी गार्ड कहंदे तुसीं क्यों रो रहे बेटा? मैं कहंदी हां मैं पंजाब नूं छड्ड के जा रही हूं थोड़े महीने वास्ते। कोई नहीं तुसीं आना मैं तुहानूं याद रखांगा जरूर वापस आना। एंड सिक्योरिटी इमेजिन सब डर रही सिक्योरिटी सब मैं बोली ओह आई डोंट वांट टू लीव पंजाब इट वाज फनी। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਲਗਾਤਾਰ ਜੇ ਕਹੀਏ ਕਿ ਸਮਾਜ ਦੇ ਉਹਨਾਂ ਅੰਗਾਂ ਦੇ ਨਾਲ ਤੇ ਖਾਸ ਤੌਰ ਤੇ ਦੇਖੀਏ ਕਿ ਖਾਸ ਸ਼ਖਸੀਅਤਾਂ ਦੇ ਨਾਲ ਅਸੀਂ ਲਗਾਤਾਰ ਗੱਲਬਾਤ ਕਰਦੇ ਰਹਿੰਦੇ ਹਾਂ ਤੇ ਇਸੇ ਤਰ੍ਹਾਂ ਦੇ ਨਾਲ ਅੱਜ ਵੀ ਗੱਲ ਕਰਾਂਗੇ ਅਸੀਂ ਉਸ ਕੁੜੀ ਦੇ ਨਾਲ ਜਿਹਨੇ ਪੰਜਾਬ ਤੋਂ ਜੇ ਕਹੀਏ ਕਿ ਉਹਦਾ ਪੰਜਾਬ ਦੇ ਨਾਲ ਨਾਤਾ ਹੈ ਪਰ ਦੁਨੀਆ ਦੇ ਵਿੱਚ ਹੁਣ ਉਹ ਪੰਜਾਬ ਦਾ ਨਾਮ ਵੀ ਰੋਸ਼ਨ ਕਰ ਰਹੀ ਹੈ ਤੇ ਨਾਲ ਹੀ ਖਾਸ ਤੌਰ ਤੇ ਦੇਖਿਆ ਜਾਵੇ ਵੱਡੀ ਸਕਰੀਨ ਤੇ ਵੀ ਉਹਨੂੰ ਲੋਕ ਪਸੰਦ ਕਰਦੇ ਨੇ, ਉਹਨੂੰ ਚਾਹੁੰਦੇ ਨੇਗੇ। ਗੱਲ ਕਰਾਂਗੇ ਅਸੀਂ ਅਨੀਸ਼ਾ ਮਡੋਕ ਦੇ ਨਾਲ ਤੇ ਉਹ ਸਾਡੇ ਨਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ, ਠੀਕ ਹੋ? ਪਹਿਲਾਂ ਤਾਂ ਇਹ ਦੱਸੋ। ਬਹੁਤ ਵਧੀਆ ਵਾਹਿਗੁਰੂ ਜੀ, ਤੁਸੀਂ ਠੀਕ ਹੋ? ਨਿਸ਼ਾ ਦੇਖੀਏ ਕਹਿ ਨਹੀਂ ਸਕਦਾ ਕੋਈ ਕਿ ਹਾਲੀਵੁੱਡ ਦੇ ਵਿੱਚ ਪੰਜਾਬ ਦੀ ਕੁੜੀ ਜਿਹੜਾ ਕਿ ਇੱਕ ਨਾਮ ਚਮਕਾ ਰਹੀ ਹੈ, ਪੰਜਾਬ ਦਾ ਤਾਂ ਚਮਕ ਹੀ ਰਿਹਾ ਖੈਰ ਉਹਦੇ ਨਾਲ ਨਾਲ ਜੇ ਦੇਖਿਆ ਜਾਵੇ ਪੂਰਾ ਇੰਡੀਆ ਨੂੰ ਇੱਕ ਰਿਪਰੈਜ਼ੈਂਟ ਕਰ ਰਹੀ ਹੈਗੀ, ਹਾਲੀਵੁੱਡ ਦੇ ਵਿੱਚ ਫਿਲਮਾਂ ਕਰਦੀ ਹੈ। ਸਟਾਰਟਿੰਗ ਕਿੱਥੋਂ ਜੇ ਕਹੀਏ ਥੋੜ੍ਹਾ ਜਿਹਾ ਸ਼ੁਰੂਆਤ ਤੋਂ ਜਿਹੜੇ ਦਰਸ਼ਕ ਸਾਡੇ ਦੇਖ ਰਹੇ ਨੇ ਤੁਹਾਨੂੰ ਜਾਨਣਾ ਚਾਹੁਣ ਕਿ ਸ਼ੁਰੂਆਤ ਕਿਵੇਂ ਹੋਈ ਤੇ ਪਰ ਪੰਜਾਬ ਤੋਂ ਜੇ ਕਹੀਏ ਹੁਣ ਦੂਰੀਆਂ ਕਿਸ ਤਰ੍ਹਾਂ ਦੇ ਨਾਲ ਬਣੀਆਂ?
ਹਾਂਜੀ, ਤਾਂ ਹੁਣ ਜਦੋਂ ਪੰਜਾਬੀ ਹੁੰਦਾ ਹੈ ਤੇ ਪਤਾ ਹੁੰਦਾ ਕਿ ਆਪਾਂ ਕਲਾਕਾਰ ਆ ਕਿਸੇ ਵੀ ਹੂੰ, ਤਰੀਕੇ ਨਾਲ ਸਾਡੇ ਕਲਚਰ 'ਚ ਇੰਨੀ ਪੋਇਟਰੀ, ਡਾਂਸਿੰਗ, ਮਿਊਜ਼ਿਕ ਬਹੁਤ ਇਨਕਰੇਜ ਹੁੰਦਾ ਹੈ। ਤੇ ਮੈਂ ਹੂੰ, ਦਿੱਲੀ 'ਚ ਪੜ੍ਹੀ ਹੋਈ ਸੀ, ਫਿਰ ਮੈਂ ਆਪਣੀ ਤਾਲੀਮ ਹਾਸਿਲ ਕਰਨੇ ਗਈ ਸੀ ਇਨ ਅਮਰੀਕਾ, ਇਨ ਲਾਸ ਐਂਜਲਸ। ਉੱਥੇ ਮੇਰੀ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਇੱਕ ਪਲੇ 'ਚ ਪਰਫਾਰਮ ਕਰ ਰਹੀ ਸੀ ਥੀਏਟਰ 'ਚ, ਤੇ ਮੈਂ ਬ੍ਰੌਡਵੇ ਕਰ ਰਹੀ ਸੀ। ਬਹੁਤ ਬਹੁਤ ਵੱਡੀ ਗੱਲ ਹੁੰਦੀ ਹੈ ਬ੍ਰੌਡਵੇ ਕਰਨ ਲਈ। ਤੇ ਜਦੋਂ ਮੈਂ ਪਲੇ 'ਚ ਸੀਗੀ ਤੇ ਆਡੀਅנס 'ਚ ਦੋ ਫਿਲਮ ਮੇਕਰਸ ਬੈਠੇ ਸੀਗੇ ਹਾਲੀਵੁੱਡ ਸੇ, ਐਂਡ ਦੇ saw me, ਹੂੰ। ਤੇ ਉਹਨੇ ਮੈਨੂੰ ਕਾਸਟ ਕੀਤਾ। ਨਿਸ਼ਾ, ਸ਼ੁਰੂਆਤ ਦੇ ਵਿੱਚ ਜਿਵੇਂ ਕਿ ਮੈਂ ਤੁਹਾਡੀ ਜਿਹੜੀ ਬਾਇਓ ਪੜ੍ਹ ਰਿਹਾ ਸੀਗਾ ਕਿ ਕਾਫ਼ੀ ਭਾਸ਼ਾਵਾਂ ਦਾ ਹਾਲਾਂਕਿ ਪੰਜਾਬ ਤੋਂ ਚਲੋ ਪੰਜਾਬੀ ਤਾਂ ਤੁਹਾਨੂੰ ਆਉਂਦੀ ਤੁਹਾਡੀ ਦਿਲਚਸਪੀ ਵੀ ਰਹੀ ਹੋਣੀ ਹੈ ਸਿੱਖਣੀ, ਤੇ ਨਾਲ-ਨਾਲ ਦੇਖਿਆ ਜਾਵੇ ਕਾਫ਼ੀ ਭਾਸ਼ਾਵਾਂ ਦੇ ਵਿੱਚ ਹੋਰ ਵੀ ਤੁਸੀਂ ਲੈਂਗੁਏਜ ਦੇ ਨਾਲ ਨਾਤਾ ਜੋੜਿਆ। ਇੰਗਲਿਸ਼ ਤਾਂ ਚਲੋ ਹੁਣ ਜਦੋਂ ਤੁਸੀਂ ਹਾਲੀਵੁੱਡ ਗਏ ਜਾਂ ਫਿਰ ਕਹੀਏ ਕਿ ਜਦੋਂ ਬੰਦਾ ਵਿਦੇਸ਼ ਜਾਂਦਾ ਤਾਂ ਉਦੋਂ ਜ਼ਰੂਰੀ ਹੋ ਜਾਂਦੀ ਆ। ਹਿੰਦੀ ਵੀ ਤੇ ਉਰਦੂ ਵੀ, ਕਈ ਭਾਸ਼ਾਵਾਂ ਨੇ ਜਿਹੜੀਆਂ ਮੈਂ ਤੁਹਾਡੀਆਂ ਪੜ੍ਹੀਆਂ ਕਿ ਤੁਸੀਂ ਜਾਣਦੇ ਹੋ। ਕਿ ਸ਼ੌਕ ਵਜੋਂ ਜਾਂ ਫਿਰ ਇਹ ਸੀਗੇ ਕਿ ਜਦੋਂ ਫਿਲਮ ਲਾਈਨ ਦੇ ਵਿੱਚ ਕੰਮ ਕਰਨਾ ਤਾਂ ਫਿਰ ਜਿੱਥੇ ਵੀ ਕੰਮ ਕਰਨਾ ਹੈ ਉਹ ਭਾਸ਼ਾ ਆਉਣੀ ਜ਼ਰੂਰੀ ਆ? I think it's a combination of the two, because ਮੈਨੂੰ ਲਾਈਕ ਲੈਂਗੁਏਜ ਇੱਕ ਜ਼ਬਾਨ ਮੈਨੂੰ ਲੱਗਦਾ ਕਾਫੀ ਨਹੀਂ ਹੁੰਦੀ ਹੈ ਜ਼ਿੰਦਗੀ 'ਚ। ਤੇ ਹੂੰ, ਫਾਰਸੀ ਮੈਂ ਸਿੱਖਿਆ ਲਾਈਕ ਇਨ ਲਾਈਫ ਓਵਰਆਲ, ਬਿਕੋਜ਼ ਇੱਥੇ ਮੈਨੂੰ ਬਹੁਤ ਇਰਾਨੀਅਨ ਰੋਲਸ ਮਿਲਦੇ ਆ, ਆਈ ਡੋਂਟ ਨੋ। ਹੂੰ, और फिर मैंने हिब्रू भी सीखिया, और कुछ एक मैं इजरायली फिल्म च भी काम कर लिया। तो आई नो कि जेह्ड़ी भी लैंग्वेजेस मैं अब सीख रही थोड़ी कॉन्ट्रोवर्शियल आ कंट्रीज से, लेकिन मैं आर्ट हम्म, पे फोकस कर दिया। और स्पेनिश मैंने अपनी स्कूल च सीखिया, लेकिन मैंने बहुत मेहनत करी अपनी लैंग्वेज ਨੂੰ ਇੰਪਰੂਵ ਕਰਨ ਲਈ। ਤੇ ਫਿਰ ਮੈਨੂੰ ਲੱਗਦਾ ਮੈਨੂੰ ਹੋਰ ਔਰ ਪੰਜਾਬੀ ਪ੍ਰੈਕਟਿਸ ਕਰਨੀ ਆ, ਆਪਣੇ ਹੋਰ ਕਲਚਰ ਰੂਟਸ ਨਾਲ ਆਉਣਾ ਹੈ। ਬਟ ਯਾ 7 ਲੈਂਗੁਏजेस। ਕਾਫੀ ਟਾਈਮ ਹੋ ਗਿਆ ਪੰਜਾਬ ਤੋਂ ਗਏ, ਪਰ ਪੰਜਾਬੀ ਸੋਹਣੀ ਬੋਲ ਲੈਂਦੇ ਹੋ ਤੁਸੀਂ। ਹਾਂਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ, ਮੈਨੂੰ ਬਹੁਤ ਵਧੀਆ ਲੱਗਾ ਸੁਣ ਕਰ। ਨਿਸ਼ਾ, ਜਿਸ ਤਰ੍ਹਾਂ ਮੈਂ ਤੁਹਾਡੇ ਜਿਹੜੇ ਗਾਣੇ ਵੀ ਦੇਖੇ, ਜਸਵੀਰ ਜੱਸੀ ਹੋਰਾਂ ਦੇ ਨਾਲ ਵੀ ਤੁਹਾਡੇ ਗਾਣੇ ਹੈਗੇ ਨੇ, ਹੁਣ ਲਾਸਟ ਟਾਈਮ ਵੀ ਤੁਸੀਂ ਇੱਕ ਪੰਜਾਬੀ ਗਾਣੇ ਦੇ ਵਿੱਚ ਪਰਫੋਰਮ ਕੀਤਾ ਹੈਗਾ। ਜ਼ਿਆਦਾਤਰ ਦੇਖੀਏ ਨਿਸ਼ਾ ਦਾ ਸਮਝ ਨਹੀਂ ਲੱਗਦਾ ਜਦ ਬਾਇਓ ਪੜ੍ਹਦੇ ਹਾਂ, ਪੰਜਾਬੀ ਗਾਣਿਆਂ ਦੇ ਵਿੱਚ ਵੀ, ਹਾਲੀਵੁੱਡ ਦੇ ਵਿੱਚ ਵੀ, ਹਿੰਦੀ ਦੇ ਵਿੱਚ ਵੀ। ਸੁਸ਼ਾਂਤ ਹਾਲਾਂਕਿ ਚਲੇ ਗਏ, ਉਹਨਾਂ ਦੇ ਨਾਲ ਵੀ ਤੁਹਾਡੀ ਕਾਫੀ ਕਰੀਬੀਅਤ ਸੀਗੀ। ਜੇ ਕਹੀਏ ਕਿ ਸਾਰੀ ਲੈਂਗੁਏਜ ਤਾਂ ਜਾਣਦੇ ਹੋ, ਲੈਂਗੁਏਜ ਦੇ ਨਾਲ ਨਾਲ ਉਸ ਲੈਂਗੁਏਜ ਦੇ ਨਾਲ ਜੁੜੇ ਹੋਏ ਆਰਟਿਸਟ ਜਾਂ ਕਿ ਉਸ ਫੀਲਡ ਦੇ ਵਿੱਚ ਵੀ ਕਾਫੀ ਦਿਲਚਸਪੀ ਹੈਗੀ ਤੁਹਾਡੀ? ਹਾਂਜੀ, ਮੇਰੀ ਫੀਲਡ 'ਚ ਵੀ ਬਹੁਤ ਦਿਲਚਸਪੀ ਹੈ, ਲੈਂਗੁਏਜ ਫੀਲਡ 'ਚ ਔਰ ਸਾਈਕੋਲੋਜੀ ਫੀਲਡ 'ਚ। ਤੇ ਮੈਂ ਬਹੁਤ ਪੜ੍ਹਾਈ ਕਰਦੀ ਸੀਗੀ ਜਦੋਂ ਕਾਲਜ ਔਰ ਸਕੂਲ 'ਚ ਸੀਗੀ, ਤੇ ਮੈਂ ਬਹੁਤ ਬੁੱਕਸ ਪੜ੍ਹਦੀ ਆ। ਤੇ ਮੇਰਾ ਮਕਸਦ ਹੈ ਜ਼ਿੰਦਗੀ 'ਚ, ਮੈਂ ਆਪਣੀ ਸੋਲ ਨੂੰ, ਆਪਣੀ ਰੂਹ ਨੂੰ ਬਹੁਤ ਸਾਰੀ ਚੀਜ਼ਾਂ ਸਿਖਾਉਣਾ ਚਾਹੁੰਦੀ ਆ, ਔਰ ਜਿੰਨਾ ਵੀ ਸਿੱਖ ਸਕਦੀ ਹਾਂ ਮੈਂ, ਉਹ ਮੇਰੇ ਲਈ ਬਹੁਤ ਵਧੀਆ। ਅਨੀਸ਼ਾ, ਫਿਰ ਫ੍ਰੀ ਟਾਈਮ ਵੀ ਨਿਕਲਦਾ ਆਪਣੇ ਲਈ, ਜਾਂ ਇਹ ਸਾਰਾ ਟਾਈਮ ਜੇ ਕਹੀਏ ਇਹੀ ਇੰਨੀ ਫ੍ਰੀ ਸ਼ਿੱਦਤ ਦੇ ਟਾਈਮ ਵਿੱਚ ਆ। ਨਿਕਲ ਜਾਂਦਾ? ਜਦੋਂ ਵੀ ਮੈਂ ਕਿਸੇ ਨਾਲ ਬੈਠਦੀ ਹਾਂ, ਮੈਂ ਯੂਜੂਅਲੀ ਸਵਾਲ ਕਰਦੀ ਹਾਂ, ਔਰ ਮੈਂ ਹੂੰ, ਬਹੁਤ ਕੁਐਸਚਨਸ ਪੁੱਛਦੀ ਹਾਂ ਲੋਕ ਦੇ ਬਾਰੇ 'ਚ, ਕਿ ਉਹ ਮੈਨੂੰ ਕਹਿੰਦੇ ਆ ਬਹੁਤ ਹੋ ਗਿਆ ਮੇਰੇ ਬਾਰੇ ਵਿੱਚ, ਤੁਸੀਂ ਦੱਸੋ। ਮੈਂ ਹੂੰ। ਹਮੇਸ਼ਾ ਸਿੱਖਣਾ ਚਾਹੁੰਦੀ ਹਾਂ, ਹਮੇਸ਼ਾ। ਕਈ ਦੇਖੇ ਤੁਹਾਡੇ ਕਾਮੇਡੀ ਡਰਾਮਾ ਵੀ ਦੇਖੇ ਤੁਹਾਡੇ, ਜਿਹੜੇ ਸਟੇਜ ਸ਼ੋਜ਼ ਹੈਗੇ ਨੇਗੇ ਜਿਸ ਤਰ੍ਹਾਂ ਦੇ ਨਾਲ, ਯਾਨੀ ਕਿ ਫੀਲਡ ਕੋਈ ਵੀ ਹੋਵੇ, ਨਿਸ਼ਾ ਨੇ ਕੁਛ ਨਹੀਂ ਛੱਡਿਆ ਹੈਗਾ, ਕਿ ਚਾਹੇ ਕੁਛ ਵੀ ਨਹੀਂ ਮਿਊਜ਼ਿਕ ਛੱਡਿਆ। ਹੈ, ਚਾਹੇ ਫਿਲਮਾਂ ਨੇਗੀਆਂ। ਹਾਂਜੀ, ਬਿਲਕੁਲ। ਮੈਨੂੰ ਲੱਗਦਾ ਮੇਰੀ ਫੈਮਿਲੀ ਨੇ ਨਾ ਮੈਨੂੰ ਇੱਕ ਕਾਮੇਡੀ ਸਕੂਲ ਬਣਾਇਆ ਸੀਗਾ। ਮੇਰੇ ਘਰ ਜਾਓ ਤੁਸੀਂ ਹੂੰ, ਤਾਂ ਇੱਕ ਕਾਮੇਡੀ ਟ੍ਰੇਨਿੰਗ ਸਕੂਲ ਹੁੰਦਾ ਹੈ ਸਭ ਦਾ, ਤੇ ਹੂੰ। ਤਾਂ ਕਰਕੇ ਮੈਂ ਫਿਰ ਇੱਥੇ ਕਾਮੇਡੀ ਕਰ ਰਹੀ ਹਾਂ। ਤੇ ਇਹ ਜਿਹੜੀ ਹਾਲੀਵੁੱਡ ਦਾ ਤੁਹਾਡਾ ਦੇਖ ਰਿਹਾ ਸੀਗਾ ਮੈਂ, ਉਹਦੇ ਵਿੱਚ ਲੱਗਦਾ ਵੀ ਕਾਫੀ ਜ਼ਿਆਦਾ ਜਿਸ ਤਰ੍ਹਾਂ ਦੇ ਨਾਲ ਜਿਹੜਾ ਇਸਲਾਮ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ, ਤੇ ਇਸਲਾਮ ਦੇ ਪ੍ਰਤੀ ਦਿਖਾਇਆ ਹੋਇਆ ਕਿ ਜਿਹੜਾ ਅਮੂਮਨ ਤੌਰ ਤੇ ਅਸੀਂ ਸੁਣਦੇ ਹਾਂ ਇੱਕ ਦੂਸਰੇ ਦੇ ਨਾਲ, ਕਿ ਉਹ ਫਿਲਮ ਸ਼ਾਇਦ ਇਸੀ ਬੇਸਦੇ ਆ ਕਿ ਇਸਲਾਮਿਕ ਨੂੰ ਕਿਸ ਤਰ੍ਹਾਂ ਦੇ ਨਾਲ ਲੋਕ ਪਹਿਲਾਂ ਅਸੈਪਟ ਨਹੀਂ ਕਰਦੇ, ਫਿਰ ਉਸ ਨੂੰ ਅਸੈਪਟ ਕਰਦੇ ਨੇ। ਹਾਂਜੀ, ਤੇ ਸਟੋਰੀ ਫਿਲਮ ਦੀ ਇਹ ਆ ਕਿ ਮੈਂ ਬੁਲੀ ਹੁੰਦੀ ਆ ਸਕੂਲ 'ਚ, ਤੇ ਇਹ ਹੂੰ, ਕਰਕੇ ਮੂਵੀ ਦਾ ਨਾਮ ਬੁਲੀ ਹਾਈ ਆ, ਬਿਕੋਜ਼ ਇਹ ਸਕੂਲ 'ਚ ਹੂੰ, ਬਹੁਤ ਬਹੁਤ ਵਾਇਲੈਂਸ ਹੁੰਦਾ ਹੈ। ਇੱਕ ਕੁੜੀ ਆਪਣੀ ਇਸ਼ਕ ਨਾਲ ਸਭ ਨੂੰ ਜਿੱਤਣਾ ਚਾਹੁੰਦੀ ਆ, ਤੇ ਉਹ ਹੂੰ, ਕੁੜੀ ਮੈਂ ਜੋ ਪਲੇ ਕਰਦੀ ਆ ਉਹ ਮੁਸਲਮਾਨੀ ਆ। ਤੇ ਹੂੰ, मैं हिजाब पहनना सीखा है मूवी वास्ते, और फिर थोड़ा सा कुरान भी पढ़ा कि मुझे रोल ਨੂੰ ਅੰਡਰਸਟੈਂਡ ਕਰਨਾ ਸੀਗਾ। ਔਰ ਹੂੰ, ਫਿਰ ਮੈਨੂੰ ਲੱਗਾ ਕਿ ਇਹ ਮੁਸਲਮਾਨਾਂ ਨਾਲ ਵੀ ਨਹੀਂ ਹੋਇਆ ਅਮਰੀਕਾ 'ਚ ਜੋ ਮੂਵੀ ਰਿਪਰੈਜ਼ੈਂਟ ਕਰ ਰਿਹਾ ਹੈ, ਸਾਡੇ ਸਿੱਖ ਹੂੰ, ਨਾਲ ਵੀ ਹੋਇਆ। ਤੇ ਜਦੋਂ ਹੂੰ, 9/11 ਹੋਇਆ ਸੀ, ਪਲੇਨ ਹੂੰ, क्रैश, ਤੇ ਉਹ इंसिडेंट तो बाद बहुत रेशियल अटैक्स हुए हमारे कम्युनिटी के ऊपर, एंड आई हम्म, थिंक कि इट्स वेरी इंपॉर्टेंट
to share a message like this. And I hope now that I have an in with Hollywood, I can create more Punjabi American stories and represent our culture fully and truly. ਨਿਸ਼ਾ ਫੈਮਿਲੀ ਦੇ ਨਾਲ ਹੀ ਰਹਿੰਦੇ ਹੋ ਜਾਂ ਫਿਰ ਜੇ ਕਿਹਾ ਜਾਵੇ ਤੁਹਾਡੇ ਫਾਦਰ ਮਦਰ ਉਹ ਕੀ ਕਰਦੇ ਨੇਗੇ? मेरे फादर एक लग्जरी ट्रैवल कंपनी रन करते हैं जिसका नाम है एबरक्रम्बी एंड कैंट, और मेरी मॉम एक राइटर आ एंड शी स्टार्टेड एन आमंड मिल्क कंपनी। एक वारी वो मुझे विजिट करने आई सी अमरीका च ते उन्हें वेख्या कि मैं ना हेल्थी खांदी आ, ते उन्हें सोचा इंडिया च भी थोड़ा हेल्थ लियांदा है, तो उन्होंने इंडिया च आमंड मिल्क बिजनेस शुरू कर दिया जिसका नाम है ड्रूप, DRUPE। ਤੇ ਮੈਂ ਬਹੁਤ ਪ੍ਰਾਊਡ ਹਾਂ ਆਪਣੀ ਪੇਰੈਂਟਸ ਦੀ, ਬਿਕਾਜ਼ ਉਹ ਬਹੁਤ ਹਾਰਡ ਵਰਕ ਕਰਦੇ ਹੈ ਹੁਣ ਤੱਕ ਵੀ, ਔਰ ਮੈਂ ਉਹਨੂੰ ਵੇਖ ਕਰ ਬਹੁਤ ਇਨੋਵੇਸ਼ਨ ਸਿੱਖਦੀ ਹਾਂ। ਇੱਕ ਜੇ ਅਮੂਮਨ ਤੌਰ ਤੇ ਦੇਖੀਏ ਤੁਸੀਂ ਜਿਸ ਤਰ੍ਹਾਂ ਦੇ ਨਾਲ ਹੁਣ ਫਿਲਹਾਲ ਤੁਸੀਂ ਅਮਰੀਕਾ ਰਹਿ ਰਹੇ ਹੋ? ਹਾਂਜੀ, ਹੁਣ ਮੈਂ ਅਮਰੀਕਾ 'ਚ ਆ, ਲੇਕਿਨ ਮੇਰਾ ਹਾਰਟ ਪੰਜਾਬ ਨੂੰ ਹਾਂ ਇੰਨਾ ਪਿਆਰ ਕਰਦਾ ਹੈ ਤੇ ਮੈਂ ਆਉਂਦੀ ਰਹਿੰਦੀ ਆ। ਆਈ ਥਿੰਕ ਲਾਸਟ ਮੈਂ ਸੀਗੀ ਮਾਰਚ 25th, ਔਰ ਮੇਰੀ ਫਲਾਈਟ ਅਮਰੀਕਾ ਦੀ ਸੀਗੀ 31st ਔਰ 30th ਮਾਰਚ। ਐਂਡ ਜਦੋਂ ਮੈਂ 에ਅਰਪੋਰਟ 'ਚ ਸੀਗੀ ਮੈਂ ਰੋ ਰਹੀ ਸੀ, ਤਾਂ ਸਿਕਿਉਰਿਟੀ ਗਾਰਡ ਕਹਿੰਦੇ ਤੁਸੀਂ ਕਿਉਂ ਰੋ ਰਹੇ ਬੇਟਾ? ਮੈਂ ਕਹਿੰਦੀ ਹਾਂ ਮੈਂ ਪੰਜਾਬ ਨੂੰ ਛੱਡ ਕੇ ਜਾ ਰਹੀ ਹਾਂ ਥੋੜੇ ਮਹੀਨੇ ਵਾਸਤੇ। ਲਾਈਕ ਕੋਈ ਨਹੀਂ, ਤੁਸੀਂ ਆਣਾ, ਮੈਂ ਤੁਹਾਨੂੰ ਯਾਦ ਰੱਖਾਂਗਾ, ਤੁਸੀਂ ਜ਼ਰੂਰ ਵਾਪਸ ਆਣਾ। And security, imagine sub डर रहे security, सब मैं रो रही हूँ, oh I don't want to leave Punjab. It was funny. ਦੇਖੋ ਦਿਲ ਹਮੇਸ਼ਾ ਜੇ ਕਹਿੰਦੇ ਕਹਿੰਦੇ ਹੁੰਦੇ ਨੇ ਕਿ ਦੂਰ ਕਿੰਨਾ ਚੱਲ ਜਾਓ ਦਿਲ ਕਿਤੇ ਨਾ ਕਿਤੇ ਉੱਥੇ ਰਹਿੰਦਾ ਹੈ ਜਦੋਂ ਆਪਣਿਆਂ ਤੋਂ ਅਸੀਂ ਦੂਰ ਜਾਂਦੇ ਹਾਂ। ਨਿਸ਼ਾ ਉਰੇ ਦੀ ਜਿਹੜੀ ਦੇਖਦੇ ਆਂਗੇ ਕਿ ਲੜਕੀਆਂ ਦੀ ਹਜੇ ਵੀ ਇਸ ਸਮੇਂ ਦੇ ਦੌਰਾਨ ਵੀ ਦੇਖਿਆ ਜਾਂਦਾ ਕਿ ਲਾਈਫ ਕਾਫੀ, ਜਦੋਂ ਉਹ ਇਸ ਤਰ੍ਹਾਂ ਦੇ ਖਾਸ ਤੌਰ ਤੇ ਫਿਲਮੀ ਫੀਲਡ, ਹਾਲਾਂਕਿ ਪੰਜਾਬੀ ਸਿਨੇਮਾ ਬਾਲੀਵੁੱਡ ਦੀ ਜੇ ਗੱਲ ਕੀਤੀ ਜਾਵੇ ਕਾਫੀ ਜ਼ਿਆਦਾ ਅਪਗ੍ਰੇਡ ਹੋ ਚੁੱਕਿਆ, ਪਰ ਫਿਰ ਵੀ ਕਿਤੇ ਨਾ ਕਿਤੇ ਦੇਖਿਆ ਜਾਂਦਾ ਕੁੜੀਆਂ ਇਨਸਿਕਿਉਰਿਟੀ ਹੈ ਜਿਹੜੀ ਫੀਲ ਕਰਦੀ ਆ, ਚਾਹੇ ਫੀਲਡ ਪੰਜਾਬੀ ਦਾ ਹੋਵੇ ਚਾਹੇ ਬਾਲੀਵੁੱਡ ਦਾ ਹੋਵੇ। ਵਾਰੀ-ਵਾਰੀ ਖਬਰਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਰਹਿੰਦੀਆਂ ਨੇ ਕਿ ਕੁੜੀਆਂ ਦੇ ਨਾਲ ਇਸ ਤਰ੍ਹਾਂ ਬੁਰਾ ਹੋ ਗਿਆ, ਕੁੜੀਆਂ ਕਹਿੰਦੀ ਸਾਡੇ ਨਾਲ ਕਾਸਟਿੰਗ ਕਾਊਚ ਵਰਗੀ ਖਬਰਾਂ ਆਉਂਦੀਆਂ ਨੇ। ਅਮਰੀਕਾ ਦੇ ਵਿੱਚ ਰਹਿੰਦੇ ਹੋ, ਇਹ ਸਾਰੀ ਚੀਜ਼ਾਂ ਦਾ ਉੱਥੇ ਵੀ ਕਿਤੇ ਨਾ ਕਿਤੇ ਨਾਤਾ ਹੈ ਜਾਂ ਇਹ ਸਿਰਫ ਜੇ ਕਹੀਏ ਕਿ ਇੰਡੀਆ ਤੱਕ ਹੀ ਸੀਮਤ ਆ? ਇੱਥੇ ਵੀ ਬਹੁਤ ਕੇਸਿਸ ਹੁੰਦੇ ਆ, ਪਰ ਮੇਰੇ ਸਾਹਮਣੇ ਨਾ ਕਰਕੇ ਦਿਖਾਇਆ, ਮੈਂ ਕੜਾ ਪਹਿਨਿਆ, ਮੇਰੇ ਸਾਥ ਕੋਈ ਪੰਗਾ ਨਾ ਲੈ, ਮੈਂ ਪੰਜਾਬੀ ਕੁੜੀਆਂ ਵਾਰੀਅਰ ਆ, ਮੈਂ, ਮੇਰੇ ਨਾਲ ਕੋਈ ਵੀ ਪੰਗਾ नहीं ले सकता। और लेके भी दिखाए, मैं अपनी पैशन और अपनी कलाकारी के ऊपर जो भी कमाना चाहती कमाऊंगी। ये ਜਿਹੜੀ ਵੀ ਕੋਈ ਕਾਸਟਿੰਗ ਕਾਊਚ ਕਰਨ ਦੀ ਕੋਸ਼ਿਸ਼ करे मैं वो प्रोजेक्ट ਨੂੰ ना कह ਦਾਂਗੀ, लेकिन हकीकत आ कि ਇਹ चीजें होती रहती है। मैं वेख्या, मैं नाम नहीं लेना चाहती, ਮੈਨੂੰ ਪਤਾ ਬਾਲੀਵੁੱਡ 'ਚ ਵੀ ਹੋਇਆ ਹੈ, ਉਹ ਤਾਂ ਹਰ ਰੋਜ਼ ਹੁੰਦਾ ਹੈ, ਔਰ ਹਾਲੀਵੁੱਡ 'ਚ ਹੋਰ ਵਧੀਆ ਹੁੰਦਾ ਐਕਚੁਅਲੀ, ਪਰ ਜ਼ਿਆਦਾ ਨਿਊਜ਼ 'ਚ ਨਹੀਂ ਦਿਖਾਉਂਦੇ। ਯਾਨੀ ਕਿ ਅੱਛਾ, ਇਹ ਚੀਜ਼ਾਂ ਵੀ ਬੇਸ਼ੱਕ ਕਿਹਾ ਜਾਵੇ ਕੰਟਰੀ ਕੋਈ ਵੀ ਹੈਗੀ ਆ, ਲੜਕੀਆਂ ਨੂੰ ਲੈ ਕੇ ਸੋਚ ਕਿਤੇ ਨਾ ਕਿਤੇ ਹੈਗਾ ਵੀ ਜਿੱਥੇ ਲੋਕ ਸੋਚਦੇ ਨੇ ਵੀ ਜੇ ਅਸੀਂ ਯੂਜ਼ ਕਰੀਏ, ਜੇ ਰੋਲ ਦੇਣਾ ਵੀ ਹੈ ਤਾਂ ਯੂਜ਼ ਕਰਕੇ ਕਿਸ ਨੂੰ ਰੋਲ ਦਈਏ। ਹਕੀਕਤ ਯਾ ਇਹ ਬਿਲਕੁਲ ਵਧੀਆ ਚੀਜ਼ ਨਹੀਂ ਆ, ਔਰ ਮੈਨੂੰ ਚੰਗਾ ਨਹੀਂ लगता, लेकिन आई थिंक ये इंडस्ट्री का पार्ट अब हिस्सा बन गया है। लोग अब मी टू मूवमेंट हो गया है, लेकिन फिर भी ये चीज़ां होंदियां, लेकिन छुप के होंदियां। और मैं वेख्या कि कुड़ियां भी वॉलंटरली कर दियां, या मुंडे एडवांटेज लेने की कोशिश करदे। कुछ कुड़ियां को नहीं पता की हो रहा है, ते फिर ਉਹਨਾਂ ਨਾਲ ਮਸਲਾ ਹੋ ਜਾਂਦਾ, ਫਿਰ ਬਾਅਦ ਚ ਉਹਨੂੰ ਅਹਿਸਾਸ ਹੁੰਦਾ ਹੈ। ਉਹ ਇੱਕ ਤਰੀਕੇ ਦੀ ਕੁੜੀ ਹੈ। ਦੂਜੀ ਕੁੜੀ ਦੀ ਕੁੜੀਆਂ, ਉਹਨੂੰ ਪਤਾ ਕੀ ਹੋ ਰਿਹਾ, ਫਿਰ ਵੀ ਉਹ ਕਰਦੀ ਆ। ਉਹ ਕਹਿੰਦੇ ਆ ਕਿ ਉਹਨੂੰ ਕਹਿੰਦੇ ਸੈਕਰੀਫਾਈਸ, ਕੰਪਰੋਮਾਈਜ਼। ਮੈਨੂੰ ਲੱਗਦਾ ਹੈ ਕਿ ਆਪਣੀ ਮਮ ਨੂੰ ਵੇਖ ਕਰ, ਆਪਣੀ ਡੈਡ ਨੂੰ ਵੇਖ ਕਰ, ਲਾਈਕ ਮੇਰੀ ਮਮ ਸ਼ੇਰਨੀ ਆ, ਤਾਂ ਮੈਂ ਛੋਟੀ ਸ਼ੇਰਨੀ ਆ, ਤੇ ਮੇਰੇ ਨਾਲ ਇਹ ਨਹੀਂ ਹੋ ਸਕਦਾ। ਔਰ ਮੈਂ एक एग्जाम्पल बनना चाहती हूँ कि अगर मैं हॉलीवुड से बैठ के अपनी कलाकार के ऊपर, अपनी पैशन के ऊपर अगर मैं कर सकती हूँ, तो कोई भी कर सकता है। ਤੇ ਇਹੀ ਚੀਜ਼ ਮੈਂ ਕਿਤੇ ਕਿਤੇ ਜਾਣਨਾ ਚਾਹੁੰਦਾ ਸੀਗਾ ਕਿ ਇੱਕ ਅਨੀਸ਼ਾ ਵੀ ਹੈ ਕਿ ਜੋ ਕਹਿੰਦੀ ਹੈ ਕਿ ਵੀ ਜੋ ਮੇਰੀ ਕਾਬਲੀਅਤ ਹੈ, ਜੋ ਮੈਨੂੰ ਆਉਂਦਾ ਹੈ, ਕਿਸੇ ਵੀ ਫੀਲਡ ਦੇ ਵਿੱਚ ਮੈਂ ਜੇ ਪਰਫੈਕਟ ਹੈਗੀ ਹਾਂ ਤਾਂ ਮੈਨੂੰ ਕੋਈ ਫਿਲਮ ਮਿਲੇ ਜਾਂ ਕੋਈ ਮਿਊਜ਼ਿਕ ਐਲਬਮ ਮਿਲੇ। ਪਰ ਕਿਤੇ ਨਾ ਕਿਤੇ ਕਿਹਾ ਜਾਂਦਾ ਕਿ ਜਦੋਂ ਕਿ ਕਾਸਟਿੰਗ ਕਾਊਚ ਹੋਇਆ, ਲੜਕੀਆਂ ਵੀ ਕਿਤੇ ਨਾ ਕਿਤੇ ਉਨੀ ਜ਼ਿੰਮੇਦਾਰ ਨੇ, ਉਹਨਾਂ ਨੂੰ ਵੀ ਲੱਗਦਾ ਕਿ ਇਹ ਇੱਕ ਆਸਾਨ ਰਸਤਾ ਹੈਗਾ, ਸਾਡੇ 'ਚ ਜੇ ਕਾਬਲੀਅਤ ਨਹੀਂ ਹੈਗੀ ਤਾਂ ਇਸ ਆਸਾਨ ਰਸਤੇ 'ਤੇ ਚੱਲਦੇ ਅਸੀਂ ਚਾਂਸ ਲੈ ਸਕਦੀਆਂ। बिल्कुल बिल्कुल, मैं तो बस बिलीव कर दिया कि मैं इश्क च इन्ना बिलीव कर दिया कि हैंड होल्ड भी मैं करा, ते मैं प्यार करांगी ਉਹ ਬੰਦੇ ਨੂੰ, ਤੇ ਇਹ ਕਰਕੇ ਮੈਂ ਸਭ ਨੂੰ ਸਤਿ ਸ਼੍ਰੀ ਅਕਾਲ ਕਰਕੇ ਫਿਰ ਮੈਂ ਆਪਣੇ ਘਰ ਚਲੀ ਜਾਂਦੀ ਹਾਂ।
ਨਿਸ਼ਾ ਸੁਸ਼ਾਂਤ ਰਾਜਪੂਤ ਦੀ ਜਦੋਂ ਜੇ ਕਹੀਏ ਕਿ ਖਬਰਾਂ ਜਿਸ ਤਰ੍ਹਾਂ ਦੀ ਉਹਨਾਂ ਦੀ ਮੌਤ ਦੀ ਆਈਆਂ, ਤੁਸੀਂ ਵੀ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਉਸ ਤਰ੍ਹਾਂ ਦੇ ਰਹੇ। ਸੁਸ਼ਾਂਤ ਦੇ ਨਾਲ ਕਿੰਨੀ ਕੁ ਜ਼ਿਆਦਾ ਕਰੀਬਤਾ ਸੀ ਤੁਹਾਡੀ, ਤੇ ਉਹ ਮੇਲ ਕਿਸ ਤਰ੍ਹਾਂ ਦੇ ਨਾਲ ਹੋਇਆ ਸੀ? ਥੋੜ੍ਹਾ ਜਿਹਾ ਜੇ ਸ਼ਾਰਟ 'ਚ ਤੁਸੀਂ ਦੱਸਣਾ ਚਾਹੋ। ਹਾਂਜੀ, ਮੇਰੀ ਮੌਮ ਨੇ ਸਾਨੂੰ ਮਿਲਾਇਆ ਸੀਗਾ। ਉਹ ਮੇਰੀ ਮੌਮ ਦੀ ਬੈਸਟ ਫਰੈਂਡ ਦਾ ਸਨ ਦਾ ਫਰੈਂਡ ਸੀਗਾ। ਤੇ ਵਿਨੀਤਾ ਆਂਟੀ ਕਹਿ ਲਓ, ਉਹਦੇ ਬੇਟੇ ਵਰੁਣ ਦਾ ਫਰੈਂਡ ਸੀਗਾ ਸੁਸ਼ਾਂਤ। ਤੇ ਮੌਮ ਨੇ ਸਾਨੂੰ ਮਿਲਾਇਆ ਸੀਗਾ ਜਦੋਂ ਉਹ ਨਿਊਯਾਰਕ ਆ ਰਹੇ ਸੀ ਆਈਫਾ ਵਾਸਤੇ। ਤੇ ਉਹਨੇ ਕਿਹਾ ਕਿ ਤੁਸੀਂ ਮੇਰੀ ਕੁੜੀ ਦੀ ਮਦਦ ਕਰ ਲਓ, ਉਹ ਤੁਹਾਡੀ ਮਦਦ ਕਰ ਲੇਗੀ, ਤੁਹਾਨੂੰ ਅਮਰੀਕਾ ਦਿਖਾ ਦੇਗੀ। ਤੇ ਫਿਰ ਸਾਡਾ ਬਹੁਤ ਵਧੀਆ ਆਰਟਿਸਟਿਕ ਕਨੈਕਸ਼ਨ ਹੋਇਆ ਸੀ। ਹੁੰਦਾ ਨਹੀਂ ਨਾ, ਕਦੋਂ ਤੁਸੀਂ ਕਿਸੇ ਵੀ ਬੰਦੇ ਨੂੰ ਮਿਲੋ, ਹੋਰ ਬਹੁਤ ਵਧੀਆ ਗੱਲਾਂ ਹੁੰਦੀਆਂ ਆਰਟ ਦੀ, ਐਸਟ੍ਰੋਲੋਜੀ ਦੀ। ਜਿਹੜੀ ਵੀ ਬੁੱਕਸ ਮੈਂ ਪੜ੍ਹੀਆਂ, ਉਹੀ ਸੇਮ ਬੁੱਕਸ ਹੋਰ ਜ਼ਿਆਦਾ ਬੁੱਕਸ ਉਹਨੇ ਪੜ੍ਹੀਆਂ। ਤੇ ਇੰਨੀ ਵਧੀਆ ਗੱਲਾਂ ਹੋਈ ਕਿ ਇਨਸਾਨ ਫੋਰਗੇਟ ਕਰ ਲੈਂਦਾ ਹੈ ਕਿ ਆਪਾਂ ਇਨਸਾਨ ਆ। ਸਾਡਾ ਸੋਲ ਦੀ ਗੱਲਾਂ ਹੋ ਰਹੀ ਸੀ। ਮੇਰੇ ਐਸੇ ਬਹੁਤ ਫਰੈਂਡਸ ਰਹਿ ਚੁੱਕੇ ਲਾਈਫ 'ਚ, ਜੇ ਆਪਾਂ ਦਿਲ ਦੀ ਗੱਲਾਂ ਕਰਦੇ ਆ, ਸੋਲ, ਰੂਹ ਦੀ ਗੱਲਾਂ। ਅਨੀਸ਼ਾ, ਅੱਗੇ ਦਾ ਫਿਊਚਰ ਦਾ ਦੇਖਿਆ ਜਾਵੇ, ਅਨੀਸ਼ਾ ਨੂੰ ਜਿਹੜੇ ਲੋਕ ਦੇਖ ਰਹੇ ਨੇ, ਜਾਂ ਜਿਵੇਂ ਹੁਣ ਪੰਜਾਬ ਦੇ ਲੋਕ ਸੁਣਨਗੇ, ਹਾਲਾਂਕਿ ਤੁਹਾਨੂੰ ਜਿਸ ਤਰ੍ਹਾਂ ਦੇ ਨਾਲ ਮੂਵੀ ਐਲਬਮਸ ਦੇ ਕਈਆਂ ਦੇ ਵਿੱਚ ਲੋਕ ਪਸੰਦ ਕਰਦੇ ਨੇਗੇ, ਅੱਗੇ ਦਾ ਪਲਾਨ ਹੈ ਕੀ ਹੈ? ਕਿ ਹਾਲੀਵੁੱਡ ਦੇ ਵਿੱਚ ਹੀ ਰਹਿਣਾ, ਬਾਲੀਵੁੱਡ ਦੇ ਵਿੱਚ ਰਹਿਣਾ ਹੈ, ਜਾਂ ਪੰਜਾਬੀ ਇੰਡਸਟਰੀ ਦੇ ਨਾਲ ਜੁੜਨਾ ਹੈ? ਕਿਉਂਕਿ ਹਾਲ ਹੀ ਦੇ ਵਿੱਚ ਤੁਹਾਡਾ ਇੱਕ ਸੌਂਗ ਬਰੋੜਾ ਦੇ ਵਿੱਚ ਤੁਸੀਂ ਦਿਖੇ, ਤਾਂ ਇਹ ਜਾਂ ਫਿਰ ਇਹ ਹੈ ਵੀ ਜਿੱਥੇ ਵੀ ਮੌਕਾ ਮਿਲੇਗੀ ਅਨੀਸ਼ਾ ਫਿੱਟ ਹੋ ਜਾਏਗੀ? ਵੈਲ, ਮੈਂ ਐਸਾ ਸੋਚਦੀ ਸੀਗੀ, ਲੇਕਿਨ ਹੁਣ ਮੈਂ ਹਾਲੀਵੁੱਡ 'ਚ ਫੋਕਸ ਕਰ ਰਹੀ ਹਾਂ। ਹੋਰ ਮੇਰਾ ਦਿਲ ਹਮੇਸ਼ਾ ਓਪਨ ਆ ਪੰਜਾਬੀ ਫਿਲਮ ਵਾਸਤੇ, ਜਾਂ ਕੋਈ ਵੀ ਕੰਮ ਹੋ ਪੰਜਾਬ ਸੇ ਰਿਲੇਟਡ। ਆਈ ਲਵ ਸੋ ਮਚ, ਆਈ ਲਵ ਦ ਕਲਚਰ ਸੋ ਮਚ। ਮੈਂ ਬਾਲੀਵੁੱਡ 'ਚ ਥੋੜਾ ਦੂਰ ਰਹੂੰਗੀ, ਔਰ ਮੈਂ ਓਪਨਲੀ ਸਟੇਟ ਕਰ ਦਿਆ ਕਿ ਮੈਨੂੰ ਬਾਲੀਵੁੱਡ 'ਚ ਨਹੀਂ ਐਂਟਰ ਕਰਨਾ। ਇਹ ਕਰਕੇ ਕਾਰਨ? ਰੀਜ਼ਨ, ਕਾਰਨ, ਅੱਛਾ, ਰੀਜ਼ਨ? ਹਾਂਜੀ, ਰੀਜ਼ਨ ਆ ਕਿ ਮੈਨੂੰ, ਆਈ ਡੋਂਟ ਨੋ, ਮੈਨੂੰ ਵਾਈਬ ਨਹੀਂ ਆਪਣੀ ਸੈਟ ਹੋਈ ਉੱਥੇ। ਜਦੋਂ ਮੈਂ ਬੰਬੇ ਗਈ ਸੀ, ਜਦੋਂ ਮੈਂ ਪੰਜਾਬ ਗਈ ਸੀ, ਮੈਨੂੰ ਬਹੁਤ ਵਧੀਆ ਲੱਗਾ। ਮੈਂ ਉੱਥੇ ਬਿਲਕੁਲ ਕੰਮ ਕਰ ਸਕਦੀ ਹਾਂ। ਕੁਝ ਵੀ ਛੱਡ ਕੇ ਮੈਂ ਪੰਜਾਬ ਕਦੇ ਵੀ ਆ ਸਕਦੀ ਹਾਂ। ਹੋਰ ਮੈਨੂੰ ਪਤਾ, ਮੈਨੂੰ ਪ੍ਰੈਕਟਿਸ ਵੀ ਕਰਨੀ ਪੰਜਾਬੀ, ਕੋਈ ਨਹੀਂ, ਕਰ ਲਾਂਗੀ ਮੈਂ। ਹੋਰ ਪੰਜਾਬੀ ਤਾਂ ਤੁਹਾਡੀ ਖੈਰ ਬਹੁਤ ਵਧੀਆ, ਇਹ 'ਚ ਕੋਈ ਦਿੱਕਤ ਨਹੀਂ ਲੱਗਦੀ ਹੈਗੀ, ਕਿਉਂਕਿ ਜਿਸ ਤਰ੍ਹਾਂ ਦੀ ਲੈਂਗੁਏਜ ਸਾਡੀ ਹੈਗੀ ਹੈ, ਜੋ ਸਾਨੂੰ ਲੱਗਦਾ ਫੀਲ ਨਹੀਂ ਹੁੰਦਾ ਹੈਗਾ ਕਿ ਕੋਈ ਗੱਲ ਸਮਝਾਉਂਦੇ, ਕਿਉਂਕਿ ਲੈਂਗੁਏਜ ਦੇ ਵਿੱਚ ਸਭ ਤੋਂ ਜ਼ਿਆਦਾ ਬੈਟਰ ਆਪਣੇ ਆਪ ਨੂੰ ਬੰਦਾ ਉਦੋਂ ਸਮਝਦਾ ਜਦੋਂ ਇੱਕ ਦੂਜੇ ਦੇ ਨਾਲ ਤੁਸੀਂ ਗੱਲਾਂ ਬਾਤਾਂ ਸਾਂਝੀਆਂ ਕਰ ਸਕੋ। ਤੇ ਮੈਨੂੰ ਤਾਂ ਨਹੀਂ ਲੱਗਿਆ ਹੈਗਾ ਨਿਸ਼ਾ ਦੇ ਨਾਲ ਕਿ ਬਿਲਕੁਲ ਵੀ ਕੋਈ ਸ਼ਬਦ ਇਸ ਤਰ੍ਹਾਂ ਦੇ ਨਾਲ ਇੰਗਲਿਸ਼ ਟ੍ਰਾਂਸਲੇਟ ਕਰਨਾ ਪਿਆ ਹੋਵੇ ਜਾਂ ਹਿੰਦੀ ਟ੍ਰਾਂਸਲੇਟ ਕਰਨਾ ਪਿਆ ਹੋਵੇ। ਉਹ ਗੱਲ ਦਾ ਬਹੁਤ ਸ਼ੁਕਰ, ਹਾਂਜੀ, ਕਿਉਂਕਿ ਇੱਥੇ ਬਹੁਤ ਪੰਜਾਬੀ ਆ ਅਮਰੀਕਾ 'ਚ, ਉਹਨੂੰ ਕੁਛ ਵੀ ਸਮਝ ਨਹੀਂ ਆਉਂਦੀ। ਲੇਕਿਨ ਹਾਂਜੀ, ਮੈਂ ਬਾਲੀਵੁੱਡ 'ਚ ਦੂਰ ਰਹਿਣਾ ਚਾਹੁੰਦੀ ਹਾਂ, ਬਿਕੋਜ਼ ਮੈਨੂੰ ਉੱਥੇ ਨਾ ਮੈਂ ਆਪਣੀ ਨਾ ਗਟ ਫੀਲਿੰਗ 'ਚ ਜਾਂਦੀ ਹਾਂ। ਮੈਂ ਆਪਣੀ ਜ਼ਹਿਨ ਦੀ ਕਦੇ ਵੀ ਨਹੀਂ ਸੁਣਦੀ ਆਪਣੀ, ਸਿਰਫ ਮੈਂ, ਉਹ ਕਹਿੰਦੇ ਨਾ ਗਟ ਫੀਲਿੰਗ, ਇੰਟਿਊਸ਼ਨ, ਉਹ ਮੇਰੀ ਨਹੀਂ ਮੰਨਦੀ। ਪਤਾ ਨਹੀਂ ਕਿਉਂ, ਕਾਰਨ ਵੀ ਨਹੀਂ ਪਤਾ ਮੈਨੂੰ। ਜਦੋਂ ਵੀ ਮੇਰੀ ਇੰਟਿਊਸ਼ਨ ਕਹਿੰਦੀ ਕਿ ਇਹ ਬੰਦੇ ਸੇ ਦੂਰ ਰਹੋ, ਮੈਂ ਫਿਰ ਦੂਰ ਹੀ ਰਹਿੰਦੀ ਹਾਂ। ਮੈਂ ਬਸ ਉਹ ਦਿਲ ਦੀ ਸੁਣਦੀ ਆ। ਕਹਿੰਦੇ ਨਾ, ਰੱਬ ਦਾ ਰੇਡੀਓ, ਦਿਲ ਰੱਬ ਦਾ ਰੇਡੀਓ ਹੁੰਦਾ, ਜਿੰਨਾ ਟਿਊਨ ਕਰੇ ਹੋਰ ਬਿਹਤਰ ਸੁਣਾਈ ਦਿੰਦਾ। ਤੇ ਮੇਰਾ ਦਿਲ ਕਹਿੰਦਾ ਸਿਰਫ ਪੰਜਾਬ ਔਰ ਹਾਲੀਵੁੱਡ, ਔਰ ਕੋਈ ਵੀ ਵਰਲਡ, ਸਪੇਨ, Israel, Iran, Dubai, koi bhi world, but no Bollywood. And I'm so sorry for that. To Bollywood. ਨਿਸ਼ਾ, Anybody who is from Bombay, I'm so sorry. I love Bombay. I just don't want to do Bollywood. ਕਿਉਂਕਿ ਜ਼ਿਆਦਾਤਰ ਲੋਕ ਬਾਲੀਵੁੱਡ ਜਾਣਾ ਚਾਹੁੰਦੇ ਨੇਗੇ, ਕਿਉਂਕਿ ਜਿਸ ਤਰ੍ਹਾਂ ਦੀ ਇੰਡਸਟਰੀ ਹੈ, ਕਾਫੀ ਵੱਡੀ ਇੰਡਸਟਰੀ ਮੰਨੀ ਜਾਂਦੀ ਹੈ ਬਾਲੀਵੁੱਡ ਦੀ ਵੀ। ਬਟ ਤੁਸੀਂ ਕਿਹਾ ਕਿ ਮੈਂ ਬਾਲੀਵੁੱਡ ਜਾਣਾ ਨਹੀਂ ਚਾਹੁੰਦੀ, ਪੰਜਾਬ ਜਾਂ ਪੰਜਾਬੀ ਸਿਨੇਮਾ, ਜਾਂ ਫਿਰ ਹਾਲੀਵੁੱਡ ਹੀ ਸਿਰਫ? Hollywood, ਹਾਂਜੀ। ਨਿਸ਼ਾ, ਜਦੋਂ ਤੁਸੀਂ ਬਾਕੀ ਫੀਲਡ ਦੇ ਵਿੱਚ ਲੋਕਾਂ ਦੇ ਨਾਲ ਮਿਲਦੇ ਹੋਵੋਗੇ, ਕਿਸੇ ਤਰ੍ਹਾਂ ਦਾ ਮੈਨੂੰ ਲੱਗਦਾ ਨਹੀਂ ਕਿ ਸ਼ਾਇਦ ਕੋਈ ਘੁਲ ਮਿਲ ਦੇ ਵਿੱਚ ਕੋਈ ਦਿੱਕਤ ਆਉਂਦੀ ਹੋਣੀ, ਕਿਉਂਕਿ ਕੋਈ ਵੀ, ਜਿਵੇਂ ਤੁਸੀਂ ਕਿਹਾ ਵੀ ਇਜ਼ਰਾਈਲੀ ਮੂਵੀ ਤੁਸੀਂ ਕਰ ਰਹੇ ਹੈਗੇ ਹੋ, ਤਾਂ ਇਹ ਬੜਾ ਔਖਾ ਹੋ ਜਾਂਦਾ, ਕਿਉਂਕਿ ਇਜ਼ਰਾਈਲੀ ਹੋਵੇ, ਚਾਹੇ ਫਰੈਂਚ ਹੈਗੀ, ਚਾਹੇ ਦੂਸਰੀ ਸਾਈਡ ਤੁਸੀਂ ਪੰਜਾਬੀ ਦੀ ਗੱਲ ਕਰੋ, ਬਾਲੀਵੁੱਡ ਦੀ ਚਲੋ ਤੁਸੀਂ ਕਰਨਾ ਹੀ ਨਹੀਂ ਚਾਹੁੰਦੇ, ਬਾਲੀਵੁੱਡ ਦੀ ਇੰਡਸਟਰੀ ਦੇ ਨਾਲ ਨਾਲ ਕਲਚਰ ਦਾ ਵੀ ਉਨਾ ਹੀ ਫਰਕ ਪੈਂਦਾ ਹੈ ਕਿ ਜ਼ਿਆਦਾ ਫੋਕਸ ਕਰਨਾ ਪੈਂਦਾ ਫਿਰ ਉਹ ਚੀਜ਼ਾਂ ਨੂੰ ਸਮਝਣ ਦੇ ਵਾਸਤੇ। ਕਿਉਂਕਿ ਮੈਂ ਇਹ ਵੀ ਨਹੀਂ ਕਹਿ ਸਕਦਾ ਵੀ ਅਨੀਸ਼ਾ ਇੱਕ ਠੀਕ ਹੈ ਜੀ ਹਾਲੀਵੁੱਡ ਐਕਟਰੈਸ ਹੈਗੀ ਹੈ ਤੇ ਉਹ ਹਾਲੀਵੁੱਡ ਹੀ ਕਰ ਰਹੀ ਹੈ, ਕਿਉਂਕਿ ਉਹ ਹਰ ਇੱਕ ਫੀਲਡ ਦੇ ਵਿੱਚ ਜਾਣਾ ਚਾਹੁੰਦੀ ਹੈ, ਪੰਜਾਬੀ ਵੀ, ਬਾਕੀ ਵੀ, ਬਾਲੀਵੁੱਡ ਨੂੰ ਛੱਡ ਕੇ। ਪਰ ਐਡਜਸਟ ਹੋਣਾ ਲੱਗਦਾ ਨਹੀਂ ਮੁਸ਼ਕਿਲ ਹੁੰਦਾ ਹੋਵੇਗਾ ਕਿਤੇ ਕਿਤੇ, ਪਰਫਾਰਮੈਂਸ ਤੇ ਇਸ ਚੀਜ਼ ਦਾ ਕੋਈ ਅਸਰ ਪੈਂਦਾ?
ਹਾਂਜੀ, ਪਰਫੋਰਮੈਂਸ 'ਚ ਅਸਰ ਪੈਂਦਾ ਸੀ ਇਹ ਕਰਕੇ ਰਿਹਰਸਲ ਹੁੰਦੀ ਆ ਔਰ ਡਾਇਲੈਕਟ ਨੂੰ ਸਿੱਖਣ ਵਾਸਤੇ ਵੀ ਬਹੁਤ ਰਿਹਰਸਲਸ ਹੁੰਦੀਆਂ ਤੇ ਹੁਣ ਮੈਂ ਆਪਣੀ ਕਲਾਸਿਸ ਲੈ ਰਹੀ ਹਾਂ। ਐਕਚੁਅਲੀ ਹੁਣ ਮੈਂ ਆਪਣੀ ਫਾਰਸੀ ਔਰ ਹੀਬਰੂ ਨੂੰ ਬਹੁਤ ਇੰਪਰੂਵ ਕਰ ਰਹੀ ਹਾਂ ਆਪਣੇ ਰੋਲ ਲਈ ਬਿਕਾਜ਼ ਜਿਹੜੀ ਰੋਲ ਮੈਂ ਪਲੇ ਕਰਦੀ ਆ ਉਹ ਕੁੜੀ ਫਾਰਸੀ ਔਰ ਹੀਬਰੂ ਬੋਲਦੀ ਆ ਤੇ ਮੈਨੂੰ ਲੱਗਦਾ ਕਿ ਹੁਣ ਅਬ ਵਰਲਡ ਨਾ ਇੱਕ यूनिटी हो रहा है लाइक विद टेक्नोलॉजी एंड ग्लोबलाइजेशन इन फिल्म्स आई थिंक कि अब नेटफ्लिक्स और स्ट्रीमिंग सर्विसेज की वजह से ਆਪਾਂ सब कंटेंट ਨੂੰ ਆਸਾਨੀ ਸੇ ਵੇਖ ਸਕਦੇ ਆ ਤੇ ਚਾਹੇ ਮੈਂ ਇਜ਼ਰਾਈਲੀ ਸਿਨੇਮਾ ਕरूँ ईरानी सिनेमा करूँ या पंजाबी सारा कंटेंट अवेलेबल होगा किसी भी लिए इन द वर्ल्ड एंड वी नो कि ਇੰਨੇ ਸਾਰੇ ਪੰਜਾਬੀ ਅਬਰੋਡ ਜਾਂਦੇ ਨੇ ਤੇ ਬਹੁਤ ਵੱਡੀ ऑडियंस ਆ ਤੇ ਇਹ टाइम बहुत बहुत बढ़िया ग्लोबलाइजेशन के लिए और अब तो एक मेटावर्स भी आ रहा है NFT क्रिप्टो करेंसी डॉज कॉइन ਨੂੰ ਖਰੀਦ ਕੇ ਫਿਰ ਆਪਾਂ ਮੈਟਾਵਰਸ 'ਚ ਵੀ ਫਿਲਮਾਂ ਵੇਖ ਸਕਦੇ ਹਾਂ ਤਾਂ ਬਹੁਤ ਵਧੀਆ ਚੀਜ਼ਾਂ ਆ ਰਹੀਆਂ ਤੇ ਆਪਾਂ ਨੂੰ ਮਾਈਂਡ 'ਚ ਫੋਕਸ ਕਰਨਾ ਹੋਗਾ ਕੈਸੇ ਵਰਲਡ ਨੂੰ ਲਾਈਕ ਲੀਡ ਫਾਰਵਰਡ ਕਰੇ ਆਪਾਂ ਤੇ ਐਡਜਸਟਮੈਂਟ ਮੈਨੂੰ ਲੱਗਦਾ ਕਿ ਕਿੱਥੇ ਵੀ ਹੋ ਸਕਦੀ ਹੈ ਜਦੋਂ ਦਿਲ ਸਾਡਾ ਘਰ ਹੋ। ਲਾਸਟ ਅਨੀਸ਼ਾ 2 ਸਵਾਲ ਪੁੱਛਣਾ ਚਾਹੂੰਗਾ ਤੁਹਾਨੂੰ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਗੱਲ ਕਰੀ ਕਿ ਇੰਡਸਟਰੀ ਵੱਧ ਰਹੀ ਹੈ ਵੈਬ ਸੀਰੀਜ਼ ਦਾ ਟਾਈਮ ਜਿਸ ਤਰ੍ਹਾਂ ਦੇ ਨਾਲ ਆਇਆ ਵੈਬ ਸੀਰੀਜ਼ ਨੂੰ ਹਰ ਕੋਈ ਪਸੰਦ ਕਰ ਰਿਹਾ ਚਾਹੇ ਉਹ ਕਿਸੇ ਵੀ ਲੈਂਗੁਏਜ ਦੇ ਵਿੱਚ ਕਿਉਂ ਨਾ ਹੋਵੇ ਬਟ ਵੈਬ ਸੀਰੀਜ਼ ਨੂੰ ਲੈ ਕੇ ਲੋਕਾਂ ਦੀ ਇੱਕ ਇਹ ਵੀ ਸੋਚ ਬਣ ਰਹੀ ਹੈਗੀ ਹੈ ਕਿ ਪਹਿਲਾਂ ਹੁੰਦਾ ਸੀ ਕਿ ਹਾਲੀਵੁੱਡ ਤਾਂ ਹਾਲਾਂਕਿ ਤੁਸੀਂ ਕਰ ਹੀ ਰਹੇ ਹੋ ਕਿ ਹਾਲੀਵੁੱਡ ਫਿਲਮਾਂ ਦੇ ਵਿੱਚ ਕਿਉਂਕਿ ਜੋ ਮੈਂ ਪੰਜਾਬ ਜਾਂ ਫਿਰ ਇੱਥੇ ਦੇ ਸੰਸਕ੍ਰਿਤੀ ਕਲਚਰਲ ਸਿਸਟਮ ਨੂੰ ਦੇਖ ਕੇ ਕਹਿ ਰਿਹਾ ਇੰਡੀਆ ਦੇ ਸਿਸਟਮ ਦੇਖ ਕੇ ਕਿ ਜੋ ਬੋਲਡਨੈਸ ਹਾਲੀਵੁੱਡ ਦੇ ਵਿੱਚ ਹੈਗੀ ਆ ਉਹੀ ਕਿਤੇ ਨਾ ਕਿਤੇ ਹੁਣ ਵੈਬ ਸੀਰੀਜ਼ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਜਦੋਂ ਤੁਸੀਂ ਕਹਿੰਦੇ ਹੋ ਕਿ ਆਖਰ ਕਿਸੇ ਵੀ ਤਰ੍ਹਾਂ ਦਾ ਕੰਪਰੋਮਾਈਜ਼ ਤੁਸੀਂ ਨਹੀਂ ਕਰਨਾ ਚਾਹੁੰਦੇ ਕਿਸੇ ਵੀ ਫਿਲਮ ਮੂਵੀ ਲਈ ਜਾਂ ਕਿਸੇ ਵੀ ਮੂਵੀ ਐਲਬਮਸ ਦੇ ਲਈ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਹਾਲੀਵੁੱਡ ਦੇ ਵਿੱਚ ਜਦੋਂ ਤੁਸੀਂ ਕਰਦੇ ਹੋ ਜਾਂ ਫਿਰ ਕੱਲ੍ਹ ਨੂੰ ਤੁਹਾਨੂੰ ਕੋਈ ਵੈਬ ਸੀਰੀਜ਼ ਮਿਲਦੀ ਹੈ ਉੱਥੇ ਬੇਸ਼ੱਕ ਤੁਸੀਂ ਜੇ ਕਹੀਏ ਆਫ ਕੈਮਰਾ ਕੰਪਰੋਮਾਈਜ਼ ਨਹੀਂ ਕਰਦੇ ਬਟ ਸੀਨਸ ਨੂੰ ਲੈ ਕੇ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਅੱਜ ਦੀ ਸਮੇਂ ਦੇ ਵਿੱਚ ਕੰਪਰੋਮਾਈਜ਼ ਹੋ ਰਿਹਾ। ਮੈਨੂੰ ਲੱਗਦਾ ਕਿ ਜਦੋਂ ਸੀਨ 'ਚ ਬੋਲਡ ਸੀਨ ਹੋ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਬਿਕੋਜ਼ ਉਹ ਕੈਰੈਕਟਰ ਹੁੰਦਾ ਹੈ ਤੇ ਜਦੋਂ ਆਪਾਂ ਐਕਟਿੰਗ ਕਰਦੇ ਮੈਂ ਨਿਸ਼ਾ ਨਹੀਂ ਹਾਂ ਰੀਅਲ ਲਾਈਫ 'ਚ ਮੈਂ ਅਨੀਸ਼ਾ ਸ਼ੇਰਨੀ ਲੇਕਿਨ ਕੈਮਰਾ 'ਚ ਮੈਂ ਬੁਲੀ ਹੋ ਰਹੀ ਹਾਂ ਤੇ ਮੈਂ ਫਿਰ ਅਨੀਸ਼ਾ ਨਹੀਂ ਬਣ ਸਕਦੀ ਤੇ ਬੁਲੀ ਹਾ 'ਚ ਵੀ ਮੈਨੂੰ 21 ਸੀਨ ਮਿਲਿਆ ਸੀ ਉਹ ਬੰਦਾ 17 ਸਾਲ ਸੀਗਾ ਮੈਂ 21 ਸੀਗੀ ਸੋ ਐਸਾ ਹੁੰਦਾ ਰਹਿੰਦਾ ਜਦੋਂ ਬੋਲਡ ਸੀਨ ਦਾ ਇੱਕ ਨਾ ਰੀਜ਼ਨ ਹੁੰਦਾ ਹੈ ਇੱਕ ਕਾਰਨ ਹੁੰਦਾ ਹੈ ਤੇ ਫਿਰ ਵਧੀਆ ਹੁੰਦਾ ਜਦੋਂ ਫालतू 'ਚ ਬੋਲਡ ਸੀਨ ਡਾਲ ਦਿਏ ਤੇ ਫਿਰ ਮੈਂ ਪੁੱਛਾਂਗੀ ਰਾਈਟਰ ਨੂੰ ਕਿ ਤੁਸੀਂ ਨੇ ਕਿਉਂ ਡਾਲਿਆ ਮੈਂ ਫਿਰ ਕੁਐਸਚਨ ਕਰਾਂਗੀ ਕੰਸਰਨ ਕਿਉਂਕਿ ਮੈਕਸਿਮਮ ਇੰਡੀਅਨ ਵੈਬ ਸੀਰੀਜ਼ ਜੋ ਆ ਰਹੀਆਂ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਜੇ ਦੇਖਿਆ ਜਾਵੇ ਕਿਸੇ ਤਰ੍ਹਾਂ ਦੀ ਕਿਉਂਕਿ ਬਹੁਤ ਸਾਰੇ ਲੋਕ ਤਾਂ ਹੁਣ ਉਸ ਨੂੰ ਲੈ ਕੇ ਸੈਂਸਰ ਦੀ ਵੀ ਡਿਮਾਂਡ ਕਰਨ ਲੱਗ ਗਏ ਕਿ ਕੁਝ ਤਾਂ ਸੈਂਸਰ ਹੋਣਾ ਚਾਹੀਦਾ ਹੈ ਕਿਉਂਕਿ ਜਿਸ ਆਈ ਤਰ੍ਹਾਂ ਦੇ ਨਾਲ ਪੂਰੀ ਦੀ ਪੂਰੀ ਇੱਕ ਕੁਝ ਇਸ ਤਰ੍ਹਾਂ ਦੀ ਕੰਪਨੀਆਂ ਹੈਗੀਆਂ ਨੇ ਜੋ ਸਿਰਫ ਇਸੀ ਪ੍ਰੋਜੈਕਟ ਤੇ ਕੰਮ ਕਰ ਰਹੀਆਂ ਨੇ। ਵੈਲ ਇਟਸ ਅ ਯੈਸ ਐਂਡ ਨੋ ਬਿਕਾਜ਼ ਮੈਨੂੰ ਸਾਡਾ ਕਲਚਰ ਬਹੁਤ ਵਧੀਆ ਲੱਗਦਾ ਹੈ ਮੇਰੇ ਕਲਚਰ की वजह से मैं ग्राउंडेड अपनी लाइफ 'ਚ अगर मैं पंजाबी इंडियन बिल्कुल नहीं होंदी ਤਾਂ ਮੈਂ ਅਮਰੀਕਾ 'ਚ ਲੋਸਟ ਹੋ ਜਾਂਦੀ ਲੇਕਿਨ ਮੇਰੇ ਕੋਲ ਕਲਚਰ ਆ ਇਹ ਕਰਕੇ ਮੈਂ ਗਰਾਊਂਡਡ ਆ ਤੇ ਇਹ ਵਾਸਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਇੰਡੀਅਨ ਕੰਟੈਂਟ ਕ੍ਰੀਏਟਰਸ ਆ ਉਹਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਆਪਾਂ ਕਹਾਂ ਸੇ ਆਉਂਦੇ हैं और फिर कंटेंट बनाए ਸਾਡੀ ਹਿਸਟਰੀ 'ਚ ਇੰਨਾ ਸਾਰਾ ਬੋਲਡ ਕੰਟੈਂਟ ਆ ਜਿਹੜੇ ਬੰਗਾਲੀ ਆਰਟ ਐਂਡ ਕਲਚਰ ਨੂੰ ਵੇਖੇ ਆਪਾਂ ਔਰ ਆਪਾਂ ਅਗਰ ਵੇਖੇ ਸਾਡੀ ਕਾਮਾ ਸੂਤਰਾ ਨੂੰ ਉਹ ਸਾਡੀ ਹਿਸਟਰੀ ਆ ਸਾਡਾ ਟੈਂਪਲ ਖਾਜੂਰਾਓ 'ਚ ਤੇ ਅਗਰ ਆਪਾਂ ਇੱਕ मीनिंग और आर्टिस्टिक ब्यूटीफुल मीनिंग डाले अपनी फिल्मा चे और फिर बोल्ड सीन्स डाले नो प्रॉब्लम लेकिन अगर फालतू चे बोल्ड सीन्स आ रहे थे ए मॉडर्न नहीं है ए वधिया नहीं आ ਲਾਸਟ ਅਨੀਸ਼ਾ ਕਦੇ ਪੇਰੈਂਟਸ ਨੇ ਫਿਕਰ ਕਰੀ ਕਿ ਬੇਟੀ ਜਿਸ ਫੀਲਡ ਦੇ ਵਿੱਚ ਹੈਗੀ ਆ ਉੱਥੇ ਹਰ ਤਰ੍ਹਾਂ ਦਾ ਸਮਾਂ ਦੇਖਣ ਨੂੰ ਮਿਲਦਾ ਕਿਉਂਕਿ ਖਬਰਾਂ ਉਹ ਵੀ ਸੁਣਦੇ ਹੋਣੇ ਆ ਨਿਊਜ਼ ਜਿਸ ਤਰ੍ਹਾਂ ਦੀ ਉਹ ਵੀ ਦੇਖਦੇ ਹੋਣੇ ਹੈਗੇ ਉਹਨਾਂ ਨੇ ਕਦੇ ਚਿੰਤਾ ਜਤਾਈ ਕਿ ਆਖਰਕਾਰ ਅਨੀਸ਼ਾ ਜਿਸ ਫੀਲਡ ਦੇ ਵਿੱਚ ਹੈਗੀ ਹੈ ਕਿਤੇ ਇੰਸਕਿਉਰਿਟੀ ਨਾ ਫੀਲ ਕਰੇ ਕਿਉਂਕਿ ਪੇਰੈਂਟਸ ਨੇ ਤੁਹਾਡੇ ਮਦਰ ਫਾਦਰ ਦੋਨੋਂ ਜੇ ਕਹੀਏ ਕਿ ਇੱਕ ਤਰ੍ਹਾਂ ਦੇ ਨਾਲ ਬਿਜ਼ਨਸਮੈਨ ਨੇਗੇ ਬਿਜ਼ੀ ਰਹਿੰਦੇ ਨੇਗੇ ਤੁਹਾਡੇ ਨਾਲ ਉਹਨਾਂ ਕੰਟਰੈਕਟ ਜੇ ਕਹੀਏ ਕਿ ਅਟਰੈਕਸ਼ਨ ਜਾਂ ਆਪਸੀ ਮੇਲ ਮਿਲਾਪ ਤੁਹਾਡਾ ਨਹੀਂ ਹੋ ਪਾਉਂਦਾ ਹੈਗਾ। ਹਾਂਜੀ ਸ਼ੁਰੂਆਤ 'ਚ ਉਹ ਬਿਲਕੁਲ ਅਗੇਂਸਟ ਸੀਗੇ not only my parents my grandparents also like ਸਭ ਅਗੇਂਸਟ ਸੀਗੇ ਮੇਰੇ ਡਿਸੀਜਨ ਵਾਸਤੇ ਲੇਕਿਨ ਜਦੋਂ ਮੈਂ 17 ਸਾਲ ਦੀ ਸੀ मैंने एक प्ले लिखा उत्थे मैंने नेशनल स्कूल ऑफ ड्रामा ऑफ न्यू दिल्ली 16 एक्टर्स ਨੂੰ ਕਾਸਟ ਕੀਤਾ
17 ਸਾਲ ਦੀ ਉਮਰ 'ਚ ਮੈਂ 16 ਐਕਟਰਸ ਨੂੰ ਡਾਇਰੈਕਟ ਕੀਤਾ। ਮੈਂ ਐਕਟ ਕੀਤਾ ਇੱਕ ਪਲੇ 'ਚ ਜੇ ਬਲਾਈਂਡ ਪੀਪਲ ਦੀ ਸਟਰਗਲਸ ਹਾਈਲਾਈਟ ਕਰਦਾ ਹੈ। ਉਹ ਪਲੇ ਦਾ ਨਾਮ ਸੀਗਾ ਅਲੀਜ਼ਾ ਫਰੀ, ਤੇ ਉਹ ਮੈंने ਸਾਡੀ ਸ਼੍ਰੀ ਰਾਮ ਸੈਂਟਰ ਆਡੀਟੋਰੀਅਮ ਵਿੱਚ ਸਟੇਜ ਕੀਤਾ। ਉਹ ਪਲੇ ਦਿੱਲੀ 'ਚ ਇੰਨਾ ਮਸ਼ਹੂਰ ਹੋਇਆ, ਇੰਨਾ ਸਕਸੈਸਫੁਲ ਹੋਇਆ ਸੀ ਕਿ ਜਰਨਲਿਸਟ ਮੇਰੀ ਸਕੂਲ 'ਚ ਫੋਨ ਕਰੇ ਸੀ ਮੇਰੇ ਨਾਲ ਗੱਲ ਕਰਨ ਲਈ। ਤੇ ਜਦੋਂ ਮੇਰੇ ਪੇਰੈਂਟਸ ਨੇ ਵੇਖਿਆ ਕਿ ਇਹ ਕੁੜੀ ਅਲੱਗ ਆ, ਉਹਨੂੰ ਕਰਨੇ ਦਿੰਦੇ ਆ, ਮੇਰਾ ਥੀਏਟਰ ਸੇ ਪੈਸ਼ਨ ਸ਼ੁਰੂ हुआ ਤੇ ਉਹਨੇ ਕਹਾ ਚਲੋ ਠੀਕ ਹੈ, ਇਹਨੂੰ ਅਲਾਉ ਕਰਦੇ ਆ, ਅਮਰੀਕਾ ਭੇਜਦੇ ਆ ਥੀਏਟਰ ਪੜ੍ਹਨ ਲਈ। ਤੇ ਫਿਰ ਉਹਨੇ ਮੈਨੂੰ ਸਪੋਰਟ ਕੀਤਾ ਜਦੋਂ ਉਹਨੇ ਵੇਖਿਆ ਕਿ ਇਹ ਕੁੜੀ ਕੁਝ ਕਰ ਸਕਦੀ ਆ। ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਸਮਾਂ ਲਿਆ ਤੇ ਥੈਂਕ ਯੂ। ਦੁਬਾਰੇ ਵੀ ਕਿਤੇ ਨਾ ਕਿਤੇ ਖੁਆਇਸ਼ ਰਹੇਗੀ ਕਿ ਦੁਬਾਰਾ ਅਨੀਸ਼ਾ ਦੇ ਨਾਲ ਗੱਲ ਹੋਵੇ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਲੱਗੀ ਕਿ ਆਖਰਕਾਰ ਅਮਰੀਕਾ 'ਚ ਬੈਠੀ ਕੁੜੀ ਪੰਜਾਬ ਦੀ ਉਸ ਸੰਸਕ੍ਰਿਤੀ ਨੂੰ ਵੀ ਤੇ ਪੰਜਾਬ ਨੂੰ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਆਪਦੇ ਦਿਲ ਦੇ ਵਿੱਚ ਵਸਾਉਂਦੀ ਹੈ। ਤੇ ਜ਼ਾਹਿਰ ਦੀ ਗੱਲ ਹੈ ਕਿ ਅਨੀਸ਼ਾ ਨੂੰ ਦੇਖ ਕੇ ਇੱਕ ਚੀਜ਼ ਤਾਂ ਸਮਝ ਲੱਗਦੀ ਹੈ ਕਿ ਬਾਲੀਵੁੱਡ ਤੋਂ ਭਾਵੇਂ ਦੂਰ ਰਹਿਣਾ ਚਾਹੁੰਦੀ ਆ, ਪਰ ਦੂਜੇ ਪਾਸੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਉਹਦੇ ਸੁਪਨੇ ਨੇ ਤੇ ਜਿਸ ਤਰ੍ਹਾਂ ਦੇ ਨਾਲ ਉਹ ਆਪਦੇ ਕਲਚਰ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ, ਤਾਂ ਭਾਵੇਂ ਉਹ ਪੰਜਾਬ 'ਚ ਨਹੀਂ ਹੈਗੀ, ਅਮਰੀਕਾ ਦੇ ਵਿੱਚ ਹੈ, ਚਾਹੇ ਹਾਲੀਵੁੱਡ ਫਿਲਮਾਂ ਕਰ ਰਹੀ ਹੈ, ਪਰ ਉਹ ਕਹਿੰਦੀ ਸੈਲਫ ਰਿਸਪੈਕਟ ਜਿਸ ਤਰ੍ਹਾਂ ਦੇ ਨਾਲ ਹੋਣੀ ਚਾਹੀਦੀ ਹੈ ਤੇ ਇੱਕ ਕੁੜੀ ਦੀ ਦਾ ਜੋ ਗਹਿਣਾ ਹੋਣਾ ਚਾਹੀਦਾ ਸ਼ਰਮ ਦਾ, ਉਹ ਬਰਕਰਾਰ ਰਹਿਣਾ ਚਾਹੀਦਾ ਹੈਗਾ। ਤੇ ਇਸੇ ਤਰ੍ਹਾਂ ਦੇ ਨਾਲ ਜੇ ਦੇਖਿਆ ਜਾਵੇ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਆਖਰਕਾਰ ਭਾਵੇਂ ਅਨੀਸ਼ਾ ਅਮਰੀਕਾ ਦੇ ਵਿੱਚ ਹੈਗੀ ਹੈ, ਪਰ ਸਾਡੀ ਉਰੇ ਦੇ ਨਾਲ ਅਟੈਚਮੈਂਟ ਕਿਸ ਤਰ੍ਹਾਂ ਦੀ ਹੈਗੀ ਹੈ, ਕਿਉਂਕਿ ਪੰਜਾਬੀ ਜੇ ਕਿਹਾ ਜਾਵੇ ਤਾਂ ਪੰਜਾਬੀ ਆਖਰ ਕਿਸੇ ਵੀ ਦੇਸ਼ ਦੇ ਕੋਨੇ ਚਲੇ ਜਾਣ, ਉਹ ਆਪਦੀ ਮਿੱਟੀ ਨੂੰ ਨਹੀਂ ਛੱਡਦੇ। ਸਮਿਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।